are sanctioned either grants in aid or contributions to educational and other institutions, local bodies and cooperative societies are sanctioned either by the government or the authorities subordinate to it and are regulated by the orders contained in Rule 19.9 of this volume and the detailed rules made by the head of department under the powers vested in them. After the budget After the budget allotment have been communicated by the Department of Finance, the payment is authorized at the Treasury through the Accountant General or direct as the case may be. Wide Subsidiary Treasury Rule 4.4. The following further instructions are issued for the guidance of sanctioning authorities in the matter of according sanctions for grants in aid. हाँ जी ਹੁਣ 8.14 ਚ ਕੀ ਕਹਿੰਦੇ ਆ ਗ੍ਰਾਂਟ ਇਨ ਏਡ ਦੇਣੀ ਆ ਤੁਸੀਂ ਜਾਂ ਕੰਟਰੀਬਿਊਸ਼ਨ ਦੇਣੀ ਹੈ ਕਿਸੇ ਐਜੂਕੇਸ਼ਨਲ ਜਾਂ ਅਦਰ ਇੰਸਟੀਚਿਊਟ ਨੂੰ ਜਾਂ ਲੋਕਲ ਬੋਡੀ ਨੂੰ ਜਾਂ ਕੋਆਪਰੇਟਿਵ ਸੁਸਾਇਟੀ ਨੂੰ। ਦੇਖੋ ਅਸੀਂ ਗੱਲ ਕੀਤੀ ਸੀ ਜੇ ਸਰਕਾਰੀ ਡਿਪਾਰਟਮੈਂਟ ਨੂੰ ਜੇ ਦੇਣਾ ਕੁਛ ਤਾਂ ਉਹਨੂੰ ਅਸੀਂ ਗ੍ਰਾਂਟ ਕਹਿੰਦੇ ਆ, ਜੇ ਬੋਰਡ ਕਾਰਪੋਰੇਸ਼ਨ ਨੂੰ ਦੇਣਾ ਕੁਛ ਫਿਰ ਅਸੀਂ ਗ੍ਰਾਂਟ ਇਨ ਏਡ ਕਹਿੰਦੇ ਆ। ਠੀਕ ਹੈ। ਸੈਂਕਸ਼ਨ ਕੌਣ ਕਰਦਾ ਹੈ? ਜਾਂ ਤਾਂ ਸਰਕਾਰ ਕਰੂਗੀ ਜਾਂ ਕੋਈ ਵੀ ਹੇਠਲੀ ਅਥਾਰਟੀ ਜਿਹਨੂੰ ਪਾਵਰਾਂ ਦਿੱਤੀਆਂ ਹੋਈਆਂ ਸੈਂਕਸ਼ਨ ਕਰਨ ਦੀਆਂ। ਠੀਕ ਹੈ। 19.9 ਦੇ ਵਿੱਚ ਰੈਗੂਲੇਟ ਕੀਤਾ ਹੋਇਆ ਆਰਡਰਾਂ ਨੂੰ, ਅਧਿਕਾਰਾਂ ਨੂੰ, ਵੀ ਕੌਣ ਕਿਹੜੀ ਪਾਵਰ ਦੀ ਵਰਤੋਂ ਕਰ ਸਕਦਾ, ਉਹਦੇ ਮੁਤਾਬਕ ਤੁਸੀਂ ਸੈਂਕਸ਼ਨ ਕਰ ਸਕਦੇ ਹੋ। ਉਹ ਤੋਂ ਬਾਅਦ ਹੈਡ ਆਫ ਡਿਪਾਰਟਮੈਂਟ ਰੂਲਸ ਬਣਾ ਦਿੰਦਾ। ਠੀਕ ਹੈ, ਕਿ ਤੁਸੀਂ ਵੀ ਇੰਨਾ ਇਹ ਸੈਂਕਸ਼ਨ ਕਰਦਾ, ਇੰਨਾ ਉਹ ਸੈਂਕਸ਼ਨ ਕਰ ਸਕਦਾ, ਇਸ ਪਰਪਸ ਲਈ ਕਰ ਸਕਦਾ, ਜੋ ਵੀ ਹੁੰਦਾ ਰੂਲ ਬਣਾ ਦਿੰਦਾ। ਹੁਣ ਬਜਟ ਅਲਾਟਮੈਂਟ ਜਿਹੜੀ ਹੁੰਦੀ ਹੈ ਇਹ ਐਫਡੀ ਕਰਦੀ ਹੈ। ਆਪਾਂ ਪੜ੍ਹ ਕੇ ਵੀ ਆਏ ਆ, ਪ੍ਰੋਸੀਜਰ ਵੀ ਆਪਾਂ ਗੱਲ ਕੀਤੀ ਸੀ ਕਿ ਜੋ ਆંકੜੇ ਤਿਆਰ ਹੋ ਕੇ ਜਾਂਦੇ ਆ ਐਚਓਡੀ ਏਡੀ ਨੂੰ ਭੇਜ ਦਿੰਦਾ ਹੈ, ਏਡੀ ਐਫਡੀ ਨੂੰ ਭੇਜ ਦਿੰਦਾ ਹੈ, ਤੇ ਐਫਡੀ ਕੈਬਨਿਟ ਦੀ ਪ੍ਰਵਾਨਗੀ ਲਈ ਪੁੱਟਅਪ ਕਰ ਦਿੰਦੇ। ਪ੍ਰਵਾਨਗੀ ਉਪਰੰਤ ਉਹ ਲੈਜਿਸਲੇਚਰ ਚ ਪੇਸ਼ ਕਰਦੇ ਆ, ਜਿੱਥੇ ਬਿੱਲ ਪੇਸ਼ ਹੁੰਦਾ ਤੇ ਬਿੱਲ ਪਾਸ ਹੁੰਦਾ ਹੈ। ਠੀਕ ਹੈ, ਇਹ ਸਾਰਾ ਪ੍ਰੋਸੈਸ ਸੀ। ਬਿੱਲ ਪਾਸ ਹੋਣ ਤੋਂ ਬਾਅਦ, ਐਪਰੋਪ੍ਰੀਏਸ਼ਨ ਬਿੱਲ ਪਾਸ ਹੋਣ ਤੋਂ ਬਾਅਦ ਬਜਟ ਦੀ ਅਲਾਟਮੈਂਟ ਹੁੰਦੀ ਹੈ। ਐਪਰੋਪ੍ਰੀਏਸ਼ਨ ਮਤਲਬ ਕਢਵਾਉਣਾ, ਖਜ਼ਾਨੇ 'ਚ ਪੈਸਾ ਕਢਵਾ ਲੈਂਦੇ, ਉਸ ਤੋਂ ਬਾਅਦ ਬਜਟ ਅਲਾਟਮੈਂਟ ਹੁੰਦੀ ਹੈ। ਜਦੋਂ ਬਜਟ ਅਲਾਟਮੈਂਟ ਹੋ ਜਾਂਦੀ ਹੈ ਕੰਸਰਨ ਡਿਪਾਰਟਮੈਂਟ ਨੂੰ, ਉਹਨੂੰ ਬੋਲਦੇ ਆ ਕਮਿਊਨੀਕੇਸ਼ਨ ਕਰਤਾ ਸੀ। ਠੀਕ ਹੈ, ਬਜਟ ਅਲਾਟਮੈਂਟ ਹੈਵ ਬੀਨ ਕਮਿਊਨੀਕੇਟਡ ਬਾਈ ਡਿਪਾਰਟਮੈਂਟ ਆਫ ਫਾਈਨੈਂਸ, ਚਿੱਠੀ ਕਰ ਦਿੰਦੀ ਵੀ ਇੰਨਾ ਬਜਟ ਤੁਹਾਨੂੰ ਅਲਾਟ ਹੋ ਗਿਆ। ਤੇ ਸਾਨੂੰ ਪੇਮੈਂਟ ਦਾ ਪਤਾ ਹੀ ਹੈ, ਬਜਟ ਅਲਾਟ ਹੋਣ ਤੋਂ ਬਾਅਦ ਪੇਮੈਂਟ ਕਾਹਦੇ ਥਰੂ ਹੁੰਦੀ ਹੈ? ਟ੍ਰੈਜਰੀ ਥਰੂ। ਅਸੀਂ ਪੀਟੀਆਰ 'ਚ ਵੀ ਗੱਲ ਕਰਕੇ ਆਏ ਹਾਂ ਕਿ ਟੀਓ ਜਿਹੜਾ ਪੇਮੈਂਟ ਉਹ ਪਾਸ ਕਰ ਸਕਦਾ। ਠੀਕ ਹੈ, ਥਰੂ ਏਜੀ ਔਰ ਡਾਇਰੈਕਟ, ਜਾਂ ਤਾਂ ਏਜੀ ਅਥੋਰਾਈਜ਼ ਕਰ ਦੂਗਾ ਜਾਂ ਫਿਰ ਡਾਇਰੈਕਟ ਹੀ ਉਹਨੂੰ ਅਥੋਰਾਈਜੇਸ਼ਨ ਮਿਲੀ ਹੁੰਦੀ ਹੈ ਰੂਲ ਤਹਿਤ। ਪੀਟੀਆਰ 'ਚ ਪੜ੍ਹ ਕੇ ਆਏ ਸੀ। ਗਾਈਡਲਾਈਨ ਹੁਣ ਇਸ਼ੂ ਕੀਤੀ ਇਹਨਾਂ ਨੇ। ਠੀਕ ਹੈ, ਕਿ ਤੁਸੀਂ ਗ੍ਰਾਂਟ ਇਨ ਏਡ ਦੀ ਜਦੋਂ ਸੈਂਕਸ਼ਨ ਅਕੋਰਡ ਕਰਨੀ ਹੈ, ਦੇਣੀ ਹੈ, ਤਾਂ ਉਹਦੇ ਵਾਸਤੇ ਕੁਝ ਤੁਹਾਨੂੰ ਹਦਾਇਤਾਂ ਦੱਸ ਦਿੰਦੇ ਅਸੀਂ ਵੀ ਕੀ ਧਿਆਨ ਰੱਖਣਾ। ਠੀਕ ਹੈ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਗ੍ਰਾਂਟ ਇਨ ਏਡ ਦਾ ਸੈਂਕਸ਼ਨ ਪ੍ਰੋਸੀਜਰ ਹੈ। ਠੀਕ ਹੈ ਜੀ, ਹਾਂਜੀ, ਇਹ ਪੜੋ ਜੀ A1। Unless in any case government directs otherwise, every order sanctioning a grant should specify clearly the object for which it is given and the conditions, if any, attached to the grant. In the case of non-recurring grants for specified objects, the order should also specify the time limit within which the grant or each installment of it is to be spent. ਹਾਂਜੀ, ਜਦੋਂ ਸੈਂਕਸ਼ਨ ਆਰਡਰ ਜਾਰੀ ਕਰਨਾ ਉਹਦੇ ਵਿੱਚ ਪਹਿਲਾਂ ਸਭ ਤੋਂ ਫੋਰਮੋਸਟ ਚੀਜ਼ ਹੋਊਗੀ ਆਬਜੈਕਟ, ਕਿਸ ਪਰਪਸ ਲਈ
ਇਹ ਗ੍ਰਾਂਟ ਇਨ ਏਡ ਦਿੱਤੀ ਜਾ ਰਹੀ ਹੈ। ਦੂਜਾ ਹੋਣਗੀਆਂ ਕੰਡੀਸ਼ਨਸ, ਕਿ ਕੀ ਕੰਡੀਸ਼ਨਸ ਪੂਰੀਆਂ ਹੋਣ ਤਾਂ ਜੋ ਇਹ ਖਰਚਾ ਹੋ ਸਕੇ। ਠੀਕ ਹੈ। ਤੀਜਾ ਟਾਈਮ ਲਿਮਿਟ, ਕਿੰਨੇ ਟਾਈਮ 'ਚ ਇਹ ਖਰਚਾ ਤੁਸੀਂ ਕਰਨਾ ਹੈ। ਠੀਕ ਹੈ ਜੀ। ਹਾਂਜੀ ਸੈਕਿੰਡ, Only so much of the grant should be paid during any financial year as is likely to be expended during that year. In the case of grants for specific works or services such as buildings, water supply schemes, and the like, the sanctioning authority should use its discretion in authority payments according to the needs of the work. ਪੜ੍ਹ ਦੋ ਅੱਗੇ ਪੜ੍ਹ ਦੋ। The authority signing or countersigning a bill for grants in aid under subsidiary registry rules 4.4 and 4.71 should see that money is not drawn in advance of requirements. There should be no occasion for a rush for payment of these grants in the month of March. ਹਾਂਜੀ, ਕਹਿੰਦੇ ਪਹਿਲੀ ਗੱਲ ਤਾਂ ਗ੍ਰਾਂਟ ਉਨੀ ਹੀ ਦਿਓ ਜਿੰਨੀ ਸਾਲ ਦੇ ਵਿੱਚ ਖਰਚ ਹੋ ਸਕੇ। ਉਹ ਕਿਵੇਂ ਪਤਾ ਲੱਗੂਗਾ? ਪਿਛਲੀ ਗ੍ਰਾਂਟ ਦੇਖਣਗੇ, ਪਿਛਲੀ ਇੰਨੀ ਦਿੱਤੀ ਸੀ, ਕਿੰਨੀ ਖਰਚ ਹੋਊਗੀ, ਹੈਨਾ, ਸਾਲ 'ਚ ਕਿੰਨੀ ਖਰਚ ਹੋਊਗੀ, ਉਸ ਹਿਸਾਬ ਨਾਲ ਹੀ ਅਗਲੀ ਦੇ ਦੇਣਗੇ। ਦੂਜੀ ਗੱਲ, ਜੇ ਕੰਮ ਜਾਂ ਸਰਵਿਸ ਲਈ ਕੋਈ ਗ੍ਰਾਂਟ ਦੇ ਰਹੇ ਹੋ ਤਾਂ ਸੈਂਕਸ਼ਨਿੰਗ ਅਥਾਰਟੀ ਨੂੰ ਇਹ ਚਾਹੀਦਾ ਹੈ ਕਿ ਜਿਵੇਂ ਜਿਵੇਂ ਕੰਮ ਕੰਪਲੀਟ ਹੁੰਦਾ ਉਵੇਂ ਉਵੇਂ ਉਹ ਪੈਸਾ ਜਿਹੜਾ ਗ੍ਰਾਂਟ ਦੇ ਨੇੜੇ ਭੇਜੀ ਜਾਵੇ। ਠੀਕ ਹੈ, ਵਿਦ ਵਰਕ ਚੱਲੇ, ਹੈ ਨਾ। ਜਿਵੇਂ 20% ਵਰਕ ਕੰਪਲੀਟ ਹੋ ਗਿਆ 20% ਰਿਲੀਜ਼ ਕਰਦੇ, ਅੱਗੇ 10% ਹੋ ਗਿਆ 10% ਕਰਦੇ, ਐਂ ਕਰਕੇ। ਤੀਜੀ ਗੱਲ ਕੀ ਕਹਿੰਦੇ ਆ, ਕਹਿੰਦੇ ਜਿਹੜਾ ਬਿੱਲ ਕਾਊਂਟਰ ਸਾਈਨ ਕਰ ਰਿਹਾ ਜਾਂ ਸਾਈਨ ਕਰ ਰਿਹਾ ਹੈ ਨਾ, ਸੈਂਕਸ਼ਨਿੰਗ ਅਥਾਰਟੀ ਜਿਹੜੀ ਹੋਏਗੀ, ਉਹਨੇ ਇਹ ਦੇਖਣਾ ਹੈ ਕਿ ਐਡਵਾਂਸ ਨਾ ਡਰਾ ਕਰੇ ਕੋਈ ਗ੍ਰਾਂਟ, ਵੀ ਜਦੋਂ ਲੋੜ ਹੈ ਖਰਚਾ ਕਰਨ ਦੀ ਉਦੋਂ ਹੀ ਡਰਾ ਕਰਨੀ। ਫਿਰ ਮਾਰਚ ਆ ਗਈ, ਇਹ ਨਾ ਸਮਝੋ ਵੀ ਮਾਰਚ ਆ ਗਈ ਫਟਾਫਟ ਇਹਨੂੰ ਖਰਚ ਕਰੋ। ਠੀਕ ਹੈ, ਮੁਕਾਉਣ ਦੀ ਗੱਲ ਨਹੀਂ ਕਰਨੀ, ਹਿਸਾਬ ਸਿਰ ਖਰਚ ਕਰਨਾ। ਹਾਂਜੀ ਤੀਜਾ, Before a grant is paid to any public body or institution, the sanctioning authority should, as far as possible, insist on obtaining an audited statement of the account of the body or institution concerned in order to see that the grant in aid is justified by the financial position of the grantee and to ensure that any previous grant was spent for the purpose for which it was intended. It is not essential for this purpose, however, that the accounts should be audited in every case by the audit department, and it will be sufficient, therefore, if the accounts are certified as correct by a registered accountant or other recognized body of auditors. In the case of small institutions which can't afford to obtain the services of a registered accountant or other registered body of auditors, the sanctioning authority may exercise its discretion of exempting any such institution from the submission of accounts audited in this fashion. ਹਾਂਜੀ ਕਹਿੰਦੇ ਗ੍ਰਾਂਟ ਦੇਣ ਤੋਂ ਪਹਿਲਾਂ ਨਾ ਆਡਿਟ ਕਰ ਲਓ ਉਹਨਾਂ ਦਾ। ਕਿਉਂ? ਫਾਈਨੈਂਸ਼ੀਅਲ ਪੋਜੀਸ਼ਨ ਪਤਾ ਲੱਗ ਜੂਗੀ ਵੀ ਸੋਲਵੈਂਸੀ ਹੈਗੀ ਹੈ ਕਿ ਨਾ। ਦੂਜੀ ਗੱਲ, ਪੁਰਾਣੀ ਜਿਹੜੀ ਗ੍ਰਾਂਟ ਦਿੱਤੀ ਹੋਈ ਹੈ ਉਹਦਾ ਕੀ ਕੀਤਾ, ਮਿਸਯੂਜ਼ ਤਾਂ ਨਹੀਂ ਕਰ ਲਈ, ਸਹੀ ਯੂਜ਼ ਹੋਈ ਹੈ, ਪੂਰੀ ਯੂਜ਼ ਹੋਈ ਹੈ, ਜਿਸ ਮੰਤਵ ਲਈ ਦਿੱਤੀ ਸੀ ਉਹਦੀ ਉਵੇਂ ਹੀ ਯੂਜ਼ ਹੋਈ ਹੈ। ਫਿਰ ਕਹਿੰਦੇ ਜਿਹੜਾ ਆਡਿਟ ਕਰਾਉਣਾ ਜ਼ਰੂਰੀ ਨਹੀਂ ਵੀ ਏਜੀ ਦਾ ਹੀ ਆਡਿਟ ਹੋਵੇ, ਕਿਸੇ ਤੋਂ ਵੀ ਆਡਿਟ ਕਰਾ ਸਕਦੇ ਹੋ, ਰਜਿਸਟਰਡ ਅਕਾਊਂਟੈਂਟ ਤੋਂ ਜਾਂ ਹੋਰ ਬਾਡੀ ਆਫ ਆਡੀਟਰਸ ਤੋਂ ਕਰਾ ਸਕਦੇ ਹੋ। ਠੀਕ ਹੈ, ਕਈ ਵਾਰ ਛੋਟ ਵੀ ਦੇ ਸਕਦੇ ਹੋ ਆਡਿਟ ਤੋਂ। ਅੱਗੇ ਦੇਖੋ ਜੀ, ਬੀ, ਜੇ ਤਾਂ ਏ ਪੜ੍ਹਿਆ ਸੀ ਆਪਾਂ, ਹੁਣ ਬੀ ਆ ਗਿਆ।
In cases in which conditions are attached to the utilization of grant in the form of specification of particular objects of expenditure or the time within which the money must be spent, or otherwise the departmental officer on whose signature or counter signature the grant in aid bill was drawn should be primarily responsible for certifying to the accountant general, where necessary, the fulfillment of the conditions attaching to the grant, unless there is any special rule or order to the contrary. ਹਾਂਜੀ ਇਹ ਕੀ ਕਹਿੰਦੇ ਹੁਣ, ਕਈ ਵਾਰ ਨਾ ਸ਼ਰਤਾਂ ਦਿੱਤੀਆਂ ਹੁੰਦੀਆਂ ਯੂਟਿਲਾਈਜੇਸ਼ਨ ਆਫ ਗ੍ਰਾਂਟ ਲਈ, ਕੁਝ ਕੰਡੀਸ਼ਨ ਅਟੈਚ ਕੀਤੀਆਂ ਹੁੰਦੀਆਂ, ਜਿਵੇਂ ਤੁਸੀਂ ਸਕਾਲਰਸ਼ਿਪ ਜਾਰੀ ਕਰਨੀ ਹੈ, ਠੀਕ ਹੈ, ਐਸਸੀ ਸਕਾਲਰਸ਼ਿਪ ਜਿਹੜੀ ਹੈਗੀ ਹੈ ਉਹ ਦੇਖੋਗੇ ਕੈਟੇਗਰੀ ਐਸਸੀ ਹੋਣੀ ਚਾਹੀਦੀ ਹੈ, ਜਾਂ ਇਨਕਮ ਲਿਮਿਟ ਆ ਹੋਣੀ ਚਾਹੀਦੀ ਹੈ, ਜਾਂ ਫਿਰ ਰੂਰਲ ਅਰਬਨ, ਜੋ ਵੀ ਕੰਡੀਸ਼ਨਾਂ ਹੁੰਦੀਆਂ ਪਹਿਲੀ ਦੂਜੀ ਤੀਜੀ ਐਂ ਕਰਕੇ ਕੰਡੀਸ਼ਨਾਂ ਲਾ ਰੱਖੀਆਂ, ਉਹ ਸਾਰੀਆਂ ਕੰਡੀਸ਼ਨਾਂ ਦੇਖ ਕੇ ਫਿਰ ਅਸੀਂ ਇਹਨੂੰ ਇਹ ਸਟੂਡੈਂਟ ਨੂੰ ਸਕਾਲਰਸ਼ਿਪ ਦੇਵਾਂਗੇ। ਸਿਮਿਲਰਲੀ ਜੇ ਗ੍ਰਾਂਟ ਤੁਸੀਂ ਖਰਚ ਕਰਨੀ ਹੈ ਤਾਂ ਯੂਟਿਲਾਈਜ਼ ਕਰਨੀ ਹੈ, ਉਹਦੇ ਵਾਸਤੇ ਸ਼ਰਤਾਂ ਜੇ ਲਾਲਤੀਆਂ ਨਾਲ ਅਟੈਚ ਕਰਤੀਆਂ, ਉਹ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ। ਜ਼ਿੰਮੇਵਾਰੀ ਕਿਹਦੀ ਹੈ ਇਹ, ਬਈ ਜਿਹੜਾ ਬਿੱਲ ਸਾਈਨ ਕਰ ਰਿਹਾ, ਜਿਹੜਾ ਬਿੱਲ ਸਾਈਨ ਕਰ ਰਿਹਾ ਕਿ ਹਾਂ ਪੈਸੇ ਕਢਾ ਲਓ, ਉਸੇ ਦੀ ਜ਼ਿੰਮੇਵਾਰੀ ਹੈ, ਠੀਕ ਹੈ। ਕੀ ਕਾਹਦੀ ਜ਼ਿੰਮੇਵਾਰੀ, ਇਹ ਦੇਖਣਾ ਕਿ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਫੇਰ ਹੀ ਪੈਸਾ ਦੇਵੇ ਉਹ, ਠੀਕ ਹੈ ਜੀ। ਅੱਗੇ ਦੇਖ ਲਓ ਸੀ, Unless it is otherwise ordered by government, every grant made for a specific object is subject to the implied conditions that the grant will be spent upon the object with a reasonable time if no time limit has been fixed by the sanctioning authority, and that any portion of the amount which is not ultimately required for expenditure upon that object should be duly surrendered to government. ਹਾਂਜੀ ਕੁਝ ਇੰਪਲਾਈਡ ਕੰਡੀਸ਼ਨਸ ਹੋਣਗੀਆਂ। ਇਹ ਕੀ ਹੁੰਦਾ ਕਿ ਜਦੋਂ ਸਰਕਾਰ ਕੋਈ ਵੀ ਗ੍ਰਾਂਟ ਦਿੰਦੀ ਹੈ ਕਿਸੇ ਮੰਤਵ ਲਈ, ਉਹਦੇ ਵਿੱਚ ਆਟੋਮੈਟਿਕਲੀ ਦੋ ਕੰਡੀਸ਼ਨਾਂ, ਤੁਸੀਂ ਦੋ ਸ਼ਰਤਾਂ ਨਾਲ ਹੀ ਹੁੰਦੀਆਂ, ਮਤਲਬ ਜ਼ਰੂਰੀ ਨਹੀਂ ਵੀ ਦਰਸਾਈਆਂ ਗਈਆਂ ਹੋਣ, ਬਸ ਹੋਣਗੀਆਂ ਉਹ। ਕੀ, ਇੱਕ ਤਾਂ ਰੀਜ਼ਨੇਬਲ ਟਾਈਮ ਦੇ ਵਿੱਚ ਤੁਸੀਂ ਗ੍ਰਾਂਟ ਖਰਚ ਕਰੋਗੇ, ਜੇਕਰ ਕੋਈ ਟਾਈਮ ਲਿਮਿਟ ਨਹੀਂ ਰੱਖੀ ਸੈਂਕਸ਼ਨਿੰਗ ਅਥਾਰਟੀ ਨੇ, ਰੀਜ਼ਨੇਬਲ ਟਾਈਮ ਦੇ ਵਿੱਚ ਉਹਨੂੰ ਖਰਚ ਕਰੋਗੇ। ਦੂਜਾ, ਜੇ ਤੁਹਾਡੇ ਕੋਲੇ ਪੋਰਸ਼ਨ ਕੋਈ ਬਚ ਜਾਂਦਾ ਹੈ ਜਿਹਦਾ ਖਰਚਾ ਤੁਸੀਂ ਨਹੀਂ ਕਰ ਸਕਦੇ, ਉਹਨੂੰ ਸਰੈਂਡਰ ਕਰ ਦਿਓ, ਵੇਸਟਫੁਲ ਐਕਸਪੈਂਡੀਚਰ ਨਾ ਕਰੋ, ਸਰੈਂਡਰ ਕਰ ਦਿਓ। ਹਾਂਜੀ ਉਹ ਤੋਂ ਬਾਅਦ ਆ ਜਾਓ ਡੀ, ਇਹ ਪੜੋ ਜੀ। The annual reports and accounts of private and voluntary organizations receiving a recurring grant in aid to the tune of 5 lakh rupees and above shall be laid on the table of the Punjab Vidhan Sabha within 9 months of the close of the financial year. Of the close of the financial year of the institution receiving the grant in aid. In the case of private and voluntary organization receiving grant in aid of 1 lakh rupees and below 5 lakh rupees, all the departments of the government shall include in their annual reports a statement showing the quantum of funds provided to each of the aforesaid organizations and the purpose for which grants in aid were utilized for information or the council of ministers or the governor in council as the case may be. ਹਾਂਜੀ ਕੋਈ ਰੈਕਰਿੰਗ ਗ੍ਰਾਂਟ ਇਨ ਏਡ ਹੈ ਜਿਹੜੀ ਪ੍ਰਾਈਵੇਟ ਜਾਂ ਵਲੰਟਰੀ ਆਰਗੇਨਾਈਜੇਸ਼ਨ ਨੂੰ ਜਾ ਰਹੀ ਹੈ ਕਿਸੇ ਨੂੰ, ਜੇਕਰ ਉਹ 5 ਲੱਖ ਤੋਂ ਉੱਤੇ ਹੈ ਫਿਰ ਤਾਂ ਉਹਦੀ ਰਿਪੋਰਟ ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਹੋਊਗੀ ਫਾਈਨੈਂਸ਼ੀਅਲ ਈਅਰ ਕਲੋਜ਼ ਹੋਣ ਤੋਂ 9 ਮਹੀਨੇ ਦੇ ਵਿੱਚ। ਜੇਕਰ ਉਹ 1 ਲੱਖ ਤੋਂ 5 ਲੱਖ ਦੇ ਵਿੱਚ ਹੈ ਫਿਰ ਜਿਹੜੀ ਉਹਦੀ ਐਨੂਅਲ ਰਿਪੋਰਟ ਹੈ ਉਹ
ਕਾਉਂਸਲ ਆਫ ਮਿਨਿਸਟਰ ਕੋਲੇ ਪੇਸ਼ ਹੋਊਗੀ ਜਾਂ ਗਵਰਨਰ ਕੋਲੇ। ਠੀਕ ਹੈ, ਅੱਗੇ ਦੇਖੋ ਜੀ 8.14 A। In order to ensure that the grants in aid are not disbursed to the local bodies before they are required by them, the instructions given below should be observed. Grants in aid other than those relating to works to be executed through the agency of the Department of Public Works. The sanctioning authority will issue the necessary letter of authority to the Accountant General or the Treasury Officer, as the case may be, for the payment of the amount required for immediate disbursement. ਹੁਣ ਕੀ ਕਹਿੰਦੇ ਆ, ਕਹਿੰਦੇ ਗ੍ਰਾਂਟ ਇਨ ਏਡ ਜਦੋਂ ਕਿਸੇ ਲੋਕਲ ਬਾਡੀ ਨੂੰ ਦੇਣੀ ਹੈ ਉਦੋਂ ਇਹ ਦੇਖਣਾ ਵੀ ਵਾਕਈ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਕਿ ਨਹੀਂ। ਹੇਠ ਲਿਖੀਆਂ ਇੰਸਟਰਕਸ਼ਨ ਹਦਾਇਤਾਂ ਉਹਨੂੰ ਆਬਜ਼ਰਵ ਕਰਨਾ। ਕੀ ਹੈ ਜੀ ਇਹ, ਕਿਸੇ ਐਸੇ ਕੰਮ ਲਈ ਗ੍ਰਾਂਟ ਇਨ ਏਡ ਦੇਣੀ ਜਿਹੜਾ ਕਿ PWD ਤੋਂ ਨਹੀਂ ਕਰਵਾਇਆ ਜਾ ਰਿਹਾ। ਕੋਈ ਐਸਾ ਵਰਕ ਹੈ ਜਿਹੜਾ PWD ਤੋਂ ਨਹੀਂ ਕਰਵਾਇਆ ਜਾ ਰਿਹਾ, ਉਹਦੇ ਵਾਸਤੇ ਗ੍ਰਾਂਟ ਇਨ ਏਡ ਦੇਣੀ ਹੈ। ਜਿਹੜੀ ਇਮੀਡੀਏਟ ਡਿਸਬਰਸਮੈਂਟ ਲਈ ਅਮਾਉਂਟ ਚਾਹੀਦੀ ਹੈ ਉਹ ਉਸ ਅਮਾਉਂਟ ਦੀ ਸੈਂਕਸ਼ਨਿੰਗ ਅਥਾਰਟੀ ਕੀ ਕਰੂਗੀ, ਲੈਟਰ ਆਫ ਅਥਾਰਟੀ ਜਾਰੀ ਕਰ ਦੂਗੀ, ਅਥਰਾਈਜ਼ ਕਰ ਦੂਗੀ AG ਨੂੰ ਜਾਂ TO ਨੂੰ ਵੀ ਆਹ ਪੇਮੈਂਟ ਹੈ ਜਿਹੜੀ ਤੁਸੀਂ ਇਹ ਕਰੋ। ਹਾਂਜੀ ਸੈਕਿੰਡ ਪੜੋ ਜੀ। ਸਰ ਰਿਪੀਟ ਕਰਨਾ, ਹਾਂਜੀ ਰਿਪੀਟ ਕਰਨਾ ਜਿਹੜੀ ਅਰਜਨ ਚਾਹੀਦੀ ਹੈ। ਆਵਾਜ਼ ਕੱਟ ਰਹੀ ਹੈ ਤੁਹਾਡੀ, ਕਿ ਮੇਰੀ ਆਵਾਜ਼ ਕੱਟ ਰਹੀ ਹੈ? ਇਹ ਸਰ ਮੇਰੀ ਕੱਟ ਰਹੀ ਹੈ, ਮੈਂ ਨਾ ਕਿਤੇ ਬਾਹਰ ਸੀਗਾ ਅੱਜ, ਪ੍ਰੋਪਰ ਰੇਂਜ ਨਹੀਂ ਆ ਰਹੀ ਹੋਣੀ। ਹੈਲੋ ਹਾਂਜੀ 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 ਕੀ ਕਹਿੰਦੇ ਹੋ, ਰਿਪੀਟ ਸਰ ਕਰਨਾ? ਜਿਹੜਾ ਲਾਸਟ ਵਾਰਾ ਬੋਲਿਆ ਦੁਬਾਰਾ ਬੋਲਣਾ ਸਰ। ਹਾਂਜੀ ਹਾਂਜੀ ਹਾਂਜੀ। ਹੁਣ ਇਹ ਕੀ ਕਹਿੰਦੇ ਆ ਕਿ ਜਿਹੜੀ ਅਥਾਰਟੀ ਸੈਂਕਸ਼ਨ ਕਰ ਰਹੀ ਹੈ ਗ੍ਰਾਂਟ ਇਨ ਏਡ ਨੂੰ, ਇਹ ਦੇਖੂਗੀ ਇਮੀਡੀਏਟ ਡਿਸਬਰਸਮੈਂਟ ਲਈ ਕਿੰਨਾ ਪੈਸਾ ਚਾਹੀਦਾ ਜਿਹਦੀ ਤੁਰੰਤ ਲੋੜ ਹੈ। ਜਿੰਨਾ ਪੈਸਾ ਚਾਹੀਦਾ ਹੈ ਉਹਦੀ ਸੈਂਕਸ਼ਨ ਜਾਰੀ ਕਰਕੇ ਲੈਟਰ ਆਫ ਅਥਾਰਟੀ ਜਿਹਨੂੰ ਕਹਿੰਦੇ ਆ ਉਹਨੂੰ AG ਨੂੰ ਭੇਜ ਦੂਗੀ ਜਾਂ TO ਨੂੰ ਭੇਜ ਦੂ, ਡਾਇਰੈਕਟ TO ਨੂੰ ਜਾਂ AG ਨੂੰ ਭੇਜ ਦੂਗੀ ਤੇ TO ਨੂੰ ਕਹਦੇ ਇੰਨੀ ਪੇਮੈਂਟ ਕਰ ਦੂ। ਠੀਕ ਹੈ ਜੀ, ਐਜ਼ ਦਾ ਕੇਸ ਮੇ ਬੀ। ਹਾਂਜੀ ਸੈਕਿੰਡ। The letter of authority will contain instructions that no drawal shall be allowed except on a regular bill signed by the president or the chairman of the local body concerned and countersigned by a government employee named in the letter of authority. ਲੈਟਰ ਆਫ ਅਥਾਰਟੀ ਹੁਣ ਸੈਂਕਸ਼ਨਿੰਗ ਅਥਾਰਟੀ ਨੇ ਜਾਰੀ ਕਰਤਾ, ਇਹਦੇ ਬੇਸਿਸ ਤੇ ਪੇਮੈਂਟ ਹੋਣੀ ਹੈ। ਲੈਟਰ ਆਫ ਅਥਾਰਟੀ 'ਚ ਇਹ ਲਿਖਤਾ ਕਿ ਚੇਅਰਮੈਨ ਜਾਂ ਪ੍ਰੈਜ਼ੀਡੈਂਟ ਦੇ ਸਾਈਨਾਂ ਤੇ ਤੁਸੀਂ ਜਿਹੜਾ ਪੈਸਾ ਕੱਢਣਾ TO ਨੂੰ ਲਿਖਤਾ ਜਾਂ AG ਨੂੰ ਅਥਰਾਈਜ਼ ਕਰਤਾ। ਤੇ ਕਾਊਂਟਰ ਸਾਈਨ ਕਿਹਦੇ ਹੋਣਗੇ, ਜਿਹੜਾ ਗਵਰਨਮੈਂਟ EMPLOYE ਉਹ 'ਚ ਲਿਖਿਆ ਹੋਊਗਾ। ਲੈਟਰ ਆਫ ਅਥਾਰਟੀ 'ਚ ਲਿਖਿਆ ਹੋਊਗਾ ਕਿ ਪ੍ਰੈਜ਼ੀਡੈਂਟ ਜਾਂ ਚੇਅਰਮੈਨ ਦੇ ਸਾਈਨ ਤਾਂ ਕਰਾਓ ਹੀ ਕਰਾਓ, ਨਾਲ ਕਿਸੇ ਸਰਕਾਰੀ ਕਰਮਚਾਰੀ ਦੇ ਵੀ ਕਾਊਂਟਰ ਸਾਈਨ ਕਰਾਓ, ਕਿਉਂਕਿ ਪ੍ਰੈਜ਼ੀਡੈਂਟ ਜਾਂ ਚੇਅਰਮੈਨ ਇਹ ਤਾਂ ਪੋਲੀਟੀਕਲ ਬੰਦੇ ਹੋ ਗਏ। ਗਵਰਨਮੈਂਟ EMPLOYE IAS ਹੋ ਗਿਆ, ਮਿਊਨਿਸਪਲ ਕਮਿਸ਼ਨਰ ਹੋ ਗਿਆ ਜਾਂ ਕੋਈ ਹੋਰ ਹੋ ਗਿਆ, ਜਿਹੜਾ ਸਰਕਾਰੀ ਨੁਮਾਇੰਦਾ ਕਾਊਂਟਰ ਸਾਈਨ ਜਿਹਦੇ ਕੋਲ ਅਥਾਰਟੀ ਹੈ ਉਹ ਕਾਊਂਟਰ ਸਾਈਨ ਕਰੂਗਾ। ਹਾਂਜੀ ਥਰਡ। ਸਰ ਇਹਦਾ ਮਤਲਬ ਇਹ ਹੈ ਕਿ ਰੈਗੂਲਰ ਬਿਲਸ ਨੂੰ ਛੱਡ ਕੇ ਬਾਕੀਆਂ ਨੂੰ ਪ੍ਰੈਜ਼ੀਡੈਂਟ ਦੇ ਤੇ ਚੇਅਰਮੈਨ ਦੇ ਸਾਈਨ? ਇਹ ਸਿਰਫ ਗ੍ਰਾਂਟ ਇਨ ਏਡ ਦੀ ਗੱਲ ਹੋ ਰਹੀ ਹੈ ਜੀ। ਗ੍ਰਾਂਟ ਇਨ ਏਡ ਇਹ ਖਜ਼ਾਨੇ 'ਚ ਕਢਾਉਂਦੇ ਨਾ, ਬਾਕੀ ਤਾਂ ਇਹਨਾਂ ਦਾ ਲੋਕਲ ਫੰਡ ਚੱਲਦਾ।
ਇਹਦਾ ਆਪਦਾ ਫੰਡ ਹੁੰਦਾ ਨਾ ਇਹਨਾਂ ਦਾ, ਕਾਰਪੋਰੇਸ਼ਨਾਂ ਦਾ। ਹਾਂਜੀ ਥਰਡ, The government employee so named shall be responsible for satisfying himself that the money is not drawn by the local body in advance of requirements. He shall not therefore countersign the bill unless it is supported by the actual bill of contractors of suppliers. ਹਾਂਜੀ ਕਹਿੰਦੇ ਗਵਰਨਮੈਂਟ EMPLOYEE ਜਿਹਦਾ ਨਾਂ ਲਿਖਿਆ ਹੋਊਗਾ ਲੈਟਰ ਆਫ ਅਥਾਰਟੀ ਦੇ ਵਿੱਚ, ਉਹਨੇ ਇਹ ਯਕੀਨੀ ਬਣਾਉਣਾ ਹੈ ਕਿ ਲੋਕਲ ਬਾਡੀ ਵਾਸਤੇ ਜਿਸ ਵਾਸਤੇ ਪੈਸਾ ਕਢਵਾ ਰਿਹਾ ਉਹ, ਜਿਤੇ ਬਿਲ ਕਾਊਂਟਰ ਸਾਈਨ ਕਰ ਰਿਹਾ ਹੈ, ਕਿ ਵਾਕਈ ਉਹਨਾਂ ਨੂੰ ਪੈਸੇ ਦੀ ਲੋੜ ਹੈ। ਠੀਕ ਹੈ, ਉਹ ਕਿਵੇਂ ਪਤਾ ਚੱਲੂਗਾ? ਜੇਕਰ ਕੰਟਰੈਕਟਰ ਜਾਂ ਸਪਲਾਇਰ ਦਾ ਬਿੱਲ ਲੱਗਿਆ ਹੋਊਗਾ ਐਕਚੁਅਲ ਬਿੱਲ, ਫੇਰ ਹੀ ਉਹ ਕਾਊਂਟਰ ਸਾਈਨ ਕਰੂਗਾ, ਅਦਰਵਾਈਜ਼ ਨਹੀਂ ਕਾਊਂਟਰ ਸਾਈਨ ਕਰੂਗਾ। ਹਾਂਜੀ ਬੀ, For the grants in aid to local bodies for works to be executed through the agency of the Department of Public Works. ਹਾਂਜੀ ਹੁਣ PWD ਤੋਂ ਕੰਮ ਕਰਾ ਰਹੇ ਹੈ, ਪਹਿਲਾਂ ਕਿਸੇ ਹੋਰ ਏਜੰਸੀ ਤੋਂ ਕੰਮ ਕਰਾ ਰਹੇ ਸੀ PWD ਤੋਂ ਇਲਾਵਾ, ਹੁਣ PWD ਤੋਂ ਕੰਮ ਕਰਾਉਣਾ ਵਰਕ। ਹਾਂਜੀ ਕੀ ਕਹਿੰਦੇ ਜੀ 1, The orders sanctioning the grants in aid to the local body and requiring the Department of Public Works to execute the work on behalf of the local body as a contribution work shall be issued simultaneously and the local body shall be informed accordingly. ਹਾਂਜੀ ਸੈਂਕਸ਼ਨ ਆਰਡਰ ਜਾਰੀ ਕਰਨੇ ਕਾਦੇ? ਗ੍ਰਾਂਟ ਇਨ ਏਡ ਦੇ। ਗ੍ਰਾਂਟ ਇਨ ਏਡ ਕਿਹਨੂੰ ਦੇ ਰਿਹਾ? ਲੋਕਲ ਬਾਡੀ ਨੂੰ। ਕੰਮ ਕਿਹਨੇ ਕਰਨਾ? PWD ਨੂੰ। ਕਹਿੰਦੇ ਗ੍ਰਾਂਟ ਇਨ ਏਡ ਲੋਕਲ ਬਾਡੀ ਨੂੰ ਦੇਣੀ ਹੈ, ਨਾਲ ਹੀ ਆਰਡਰ ਹੈ ਜਿਹੜੇ PWD ਨੂੰ ਕਰਨੇ ਕਿ ਤੁਸੀਂ ਕੰਮ ਕਰਨਾ ਲੋਕਲ ਬਾਡੀ ਦੇ ਬਿਹਾਫ ਤੇ। ਠੀਕ ਹੈ, ਦੋਨੇ ਆਰਡਰ ਇਕੱਠੇ ਹੋ ਜਾਣਗੇ। ਆਰਡਰ ਇੱਕ ਤਾਂ ਗ੍ਰਾਂਟ ਇਨ ਏਡ ਦਾ, ਇੱਕ ਵਰਕ ਕਰਨ ਦਾ। ਇਹ PWD ਨੂੰ ਹੋ ਜਾਊਗਾ, ਇਹ ਲੋਕਲ ਬਾਡੀ ਨੂੰ ਹੋ ਜਾਊਗਾ। ਠੀਕ ਹੈ ਜੀ। ਹਾਂਜੀ ਸੈਕੰਡ, The sanctioning authority will issue the letter of authority to the Accountant General or to the Treasury Officer as the case may be for the payment of the amount required for immediate disbursement. ਇੱਥੇ ਵੀ ਦੇਖੋ ਸੈਂਕਸ਼ਨਿੰਗ ਅਥਾਰਟੀ ਲੈਟਰ ਇਸ਼ੂ ਕਰ ਦੂਗੀ, ਲੈਟਰ ਆਫ ਅਥਾਰਟੀ ਇਸ਼ੂ ਕਰ ਦੂਗੀ ਜਾਂ ਤਾਂ AG ਨੂੰ ਜਾਂ TO ਨੂੰ ਕਿ ਇੰਨੀ ਅਮਾਊਂਟ ਇਮੀਡੀਏਟ ਡਿਸਬਰਸਮੈਂਟ ਲਈ ਚਾਹੀਦੀ ਹੈ, ਇਹਦੀ ਪੇਮੈਂਟ ਕਰ ਦਿਓ। ਥਰਡ, The letter of authority will contain instructions that no drawal shall be allowed except on a bill presented by the local body and made payable by transfer credit to public works deposits. ਹਾਂਜੀ ਲੈਟਰ ਆਫ ਅਥਾਰਟੀ ਦੇ ਵਿੱਚ ਹਦਾਇਤਾਂ ਹੋਣਗੀਆਂ ਕਿ ਐਸੀ ਹਦਾਇਤ ਪਾਈ ਜਾਊਗੀ ਕਿ ਜਿਹੜੇ ਡਰਾਲ ਕਰਨਾ, ਪੈਸਾ ਡਰਾ ਕਰਨਾ ਹੈ, ਉਹ ਉਦੋਂ ਹੀ ਕਰਨਾ ਹੈ ਜਦੋਂ ਲੋਕਲ ਬਾਡੀ ਬਿੱਲ ਪ੍ਰੈਜੈਂਟ ਕਰੂਗੀ। ਠੀਕ ਹੈ, ਤੇ ਕਰਨਾ ਕਿਵੇਂ? ਪਬਲਿਕ ਵਰਕਸ ਡਿਪੋਜ਼ਿਟ ਦੇ ਵਿੱਚੋਂ ਟ੍ਰਾਂਸਫਰ ਕਰਕੇ ਕਰਨਾ, ਪੇਬਲ ਬਾਏ ਟ੍ਰਾਂਸਫਰ ਕ੍ਰੈਡਿਟ ਟੂ ਪਬਲਿਕ ਵਰਕਸ ਡਿਪੋਜ਼ਿਟ। ਠੀਕ ਹੈ ਜੀ, ਪਬਲਿਕ ਵਰਕਸ ਡਿਪੋਜ਼ਿਟ ਨੂੰ ਤੁਸੀਂ ਕ੍ਰੈਡਿਟ ਕਰ ਦੋਗੇ। ਹਾਂਜੀ ਅੱਗੇ ਦੇਖੋ ਨੋਟ। Grants in aid to local bodies, private associations, etc., unconnected with government, are made for various purposes. Some of these grants are recurring and are paid year after year, and others are merely lump sum grants to be paid for a definite number of years and then stopped. In the case of such grants in aid, the head of the department, when the total grant for the entire head is communicated to him at the commencement of the year, should issue definite orders authorizing the Accountant General to disburse each such grants in aid included in his estimates.
This would give him an opportunity of reviewing the grants and of deciding whether they are to be continued or not, and thereby avoid the real danger of grants being paid automatically year after year, even after their justification has ceased. हाँ जी, ਕਹਿੰਦੇ ਲੋਕਲ ਬੋਡੀ ਪ੍ਰਾਈਵੇਟ ਐਸੋਸੀਏਸ਼ਨਾਂ ਇਹਨਾਂ ਨੂੰ ਵੀ ਕਹਿੰਦੇ ਗ੍ਰਾਂਟ ਇਨ ਏਡ ਜਾਂਦੀ ਹੈ। ਇਹੋ ਜਿਹੀ ਐਸੋਸੀਏਸ਼ਨ ਆ ਜਿਨ੍ਹਾਂ ਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈ, ਵੇਰੀਅਸ ਪਰਪਸ ਲਈ ਗ੍ਰਾਂਟ ਇਨ ਏਡ ਉਹਨਾਂ ਨੂੰ ਵੀ ਦਿੱਤੀ ਜਾਂਦੀ ਹੈ। ਕਈ ਗ੍ਰਾਂਟਸ ਰੈਕਰਿੰਗ ਹੁੰਦੀ ਹੈ, ਸਾਲ ਬਾਅਦ ਸਾਲ ਮਿਲਦੀ ਹੈ। ਕਈ ਗ੍ਰਾਂਟਸ ਇੱਕ ਵਾਰ 'ਚ ਲਮਸਮ ਮਿਲ ਜਾਂਦਾ, ਠੀਕ ਹੈ, ਕਿ ਨੰਬਰ ਆਫ ਈਅਰ ਦੇ ਵਿੱਚ ਇਹਨੂੰ ਵੀ ਪਹਿਲੇ ਸਾਲ ਇੰਨੀ ਦੇ ਦਿਓ, ਦੂਜੇ ਸਾਲ ਇੰਨੀ ਦੇ ਦਿਓ, ਲਮਸਮ ਦੇ ਦਿੰਦੇ ਐਚਓਡੀ ਨੂੰ ਕਿ ਸਾਲ ਬਾਅਦ ਸਾਲ ਦੇਣੀ ਤੁਸੀਂ, ਫਿਰ ਸਟਾਪ ਕਰ ਦਿੱਤੀ ਜਾਂਦੀ ਜਦੋਂ ਖਤਮ ਹੋ ਜਾਂਦੀ ਉਹ 3-4 ਸਾਲ ਚੱਲਦੀ ਹੈ। ਐਸੀ ਗ੍ਰਾਂਟਸ ਦੇ ਵਿੱਚ ਹੈਡ ਆਫ ਡਿਪਾਰਟਮੈਂਟ ਜਿਹੜਾ ਹੋਊਗਾ, ਜਦੋਂ ਉਹਨੂੰ ਇੰਟਾਇਰ ਹੈਡ 'ਚ ਪੈਸਾ ਦੇਤਾ ਇੱਕ ਵਾਰ 'ਚ ਕਿ ਸਾਲ ਸ਼ੁਰੂ ਹੋ ਗਿਆ, ਤੈਨੂੰ ਇੰਨਾ ਪੈਸਾ ਦੇਤਾ, ਉਹ ਕੀ ਕਰੂਗਾ, ਏਜੀ ਨੂੰ ਆਰਡਰ ਇਸ਼ੂ ਕਰ ਦੂਗਾ ਕਿ ਗ੍ਰਾਂਟ ਇਨ ਏਡ ਹੈ ਤੁਸੀਂ ਵੰਡ ਦੇਣੀ ਹੈ, ਕਿ ਮੇਰੇ ਕੋਲ ਐਸਟੀਮੇਟ 'ਚ ਇੰਨੇ ਗ੍ਰਾਂਟ ਇਨ ਏਡ ਪਈ ਹੈ, ਇਹਨੂੰ ਵੰਡਣੀ ਹੈ, ਉਹ ਤੁਸੀਂ ਵੰਡਣੀ ਹੈ। ਠੀਕ ਹੈ, ਹੁਣ ਜਦੋਂ ਇੱਕ ਵਾਰ ਜਾਰੀ ਕਰਤਾ, ਫਿਰ ਉਹ ਦੇਖੂਗਾ ਵੀ ਕਿਵੇਂ ਯੂਜ਼ ਹੋਇਆ, ਕੀ ਗੱਲਬਾਤ ਹੈ, ਰਿਵਿਊ ਕਰੂਗਾ। ਠੀਕ ਹੈ, ਰਿਵਿਊ ਕਰਕੇ ਜੇ ਉਹ ਦੇਖਦਾ ਹੈ ਵੀ ਹਾਂ ਠੀਕ ਯੂਟੀਲਾਈਜ਼ ਹੋਈ ਹੈ, ਓਕੇ ਹੈ, ਸਾਰਾ ਕੁਝ ਰੈਗੂਲੇਟਡ ਹੈ, ਵੈਲ ਰੈਗੂਲੇਟਡ ਹੈ, ਫਿਰ ਉਹ ਅਗਲੇ ਸਾਲ ਵੀ ਐਂ ਕਰੂਗਾ, ਨਹੀਂ ਉਹ ਰੋਕ ਦੂਗਾ। ਠੀਕ ਹੈ ਜੀ, ਉਹ ਤੋਂ ਬਾਅਦ ਕੰਟੀਨਜੈਂਟ ਰਜਿਸਟਰ ਦੀ ਗੱਲ ਆ ਰਹੀ ਹੈ 8.15 ਦੇ ਵਿੱਚ। ਹਾਂਜੀ, ਇਹ ਦੇਖੋ, A register of contingent expenditure shall be kept in each office, and the initials of the head of office or of a gazetted government employee to whom this duty has been delegated by him shall be entered against the date of payment of each item. This register will be in PFR Form 10. ਕੰਟੀਨਜੈਂਟ ਐਕਸਪੈਂਡੀਚਰ ਦਾ ਇੱਕ ਰਜਿਸਟਰ ਲੱਗੂਗਾ ਹਰ ਇੱਕ ਆਫਿਸ ਦੇ ਵਿੱਚ। ਉੱਥੇ ਜਿਵੇਂ ਜਿਵੇਂ ਖਰਚਾ ਹੋਈ ਗਿਆ ਉਵੇਂ ਉਵੇਂ ਜਿਹੜਾ ਖਰਚ ਦੇ ਸਾਈਡ ਤੇ ਇਨੀਸ਼ੀਅਲ ਵੱਜਦੇ ਰਹਿਣਗੇ ਵੀ ਹਾਂ ਖਰਚਾ ਜਿਹੜਾ ਕੀਤਾ ਹੈ। ਫਾਰਮ PFR ਫਾਰਮ 10 ਰਹੂਗਾ। ਇਹਦਾ ਨੋਟ 4 ਦੇਖੋ ਜੀ ਕੀ ਕਹਿੰਦਾ। The contingent register maintained under this rule gives full information in respect of contingent charges. It is therefore not necessary to prepare and preserve office copies of contingent bills. ਹਾਂਜੀ, ਕਹਿੰਦੇ ਜਿਹੜਾ ਕੰਟੀਨਜੈਂਟ ਰਜਿਸਟਰ ਲਾ ਲਿਆ ਤੁਸੀਂ PFR ਫਾਰਮ 10 ਦੇ ਵਿੱਚ, ਉਹਦੇ ਵਿੱਚ ਸਾਰਾ ਵੇਰਵਾ ਦਿੱਤਾ ਹੁੰਦਾ ਹੈ। ਦੈਟਸ ਵਾਈ ਕਹਿੰਦੇ ਤੁਹਾਨੂੰ ਆਫਿਸ ਕਾਪੀ ਹੈ ਜਿਹੜੀ ਰੱਖਣ ਦੀ ਲੋੜ ਨਹੀਂ ਕੰਟੀਨਜੈਂਟ ਬਿਲ ਦੀ। ਅੱਗੇ ਦੇਖੋ ਜੀ 8.17। To enable the disbursing officer to watch the progress of the expenditure under each detailed head as compared with the budget appropriation for it, a progressive total of all the columns must be made monthly immediately after the monthly total, so as to include all payments under each head, as also charges adjusted by book transfer from the commencement of the year up to the end of the last expired month. ਹਾਂਜੀ, ਖਰਚੇ ਦੀ ਆਵਾਜ਼ ਰੱਖਣੀ ਹੈ ਵੀ ਖਰਚਾ ਜਿੰਨਾ ਮਿਲੇ ਉਨਾ ਹੀ ਹੋਇਆ, ਜ਼ਿਆਦਾ ਨਾ ਹੋਵੇ। ਕਿਵੇਂ ਰੱਖਾਂਗੇ? ਆ ਪਹਿਲੀ ਪੇਮੈਂਟ ਹੋ ਗਈ ਸਾਡੀ 200 ਰੁਪਏ ਦੀ, ਇੱਥੇ ਅਸੀਂ ਪ੍ਰੋਗਰੈਸਿਵ ਟੋਟਲ ਲਾਤਾ 200 ਰੁਪਏ ਹੋ ਗਿਆ। ਦੂਜੀ ਪੇਮੈਂਟ ਹੋ ਗਈ 300 ਰੁਪਏ ਦੀ, ਇੱਥੇ 500 ਹੋ ਗਿਆ। ਤੀਜੀ ਪੇਮੈਂਟ ਹੋ ਗਈ ਇੱਥੇ 1000 ਰੁਪਏ ਦੀ, ਇੱਥੇ 1500 ਰੁਪਏ ਹੋ ਗਿਆ। ਐਂ ਕਰਕੇ ਪ੍ਰੋਗਰੈਸਿਵ ਟੋਟਲ ਲੱਗਦਾ ਰਹੂਗਾ। ਇੱਥੋਂ ਬਾਅਦ 'ਚ ਹੋਣਾ ਕਿ ਕਿੰਨਾ ਸਾਡਾ ਟੋਟਲ ਕੁੱਲ ਖਰਚਾ ਹੋ ਗਿਆ ਪ੍ਰੋਗਰੈਸਿਵ ਟੋਟਲ ਨਾਲ, ਮੰਥ ਬਾਏ ਮੰਥ। ਹਾਂਜੀ, ਅੱਗੇ ਜੀ। The charges relating to two or more major heads are not to be shown in one register nor included in one bill. ਪੜੋ, ਸਾਰਾ ਪੜ ਲਓ।
but expenses which are shared in some fixed proportion between two branches of the same office may, unless they are reviewed by different authorities, appear in one bill. In such a case, the joint grant may be entered in one register only for the purpose of control, the account adjustment being left to the accountant general. हाँ जी। ਹੁਣ ਆਪਾਂ ਪੀਟੀਆਰ ਚ ਪੜ੍ਹ ਕੇ ਆਏ ਆ ਕਿ ਇੱਕ ਤੋਂ ਵੱਧ ਮੇਜਰ ਹੈਡ ਕਿਸੇ ਇੱਕ ਬਿਲ ਚ ਇੰਕਲੂਡ ਨਹੀਂ ਹੋਣਗੇ। ਪੀਟੀਆਰ ਦਾ ਰੂਲ ਹੀ ਹੈ ਵੀ, ਠੀਕ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਖਰਚੇ ਨੂੰ ਕਹਿੰਦੇ ਫਿਕਸਡ ਪ੍ਰਪੋਰਸ਼ਨ ਦੇ ਵਿੱਚ ਸ਼ੇਅਰ ਕੀਤਾ ਜਾਂਦਾ ਹੈ। ਉੱਥੇ ਤੁਸੀਂ ਇੱਕ ਬਿੱਲ ਦੇ ਵਿੱਚ ਲੈ ਕੇ ਆ ਸਕਦੇ ਹੋ, ਅਦਰਵਾਈਜ਼ ਦੋ ਮੇਜਰ ਹੈਡ ਇੱਕ ਬਿੱਲ ਚ ਨਹੀਂ ਹੋਣਗੇ, ਠੀਕ ਹੈ। ਹੁਣ ਜਦੋਂ ਇੱਕ ਬਿੱਲ ਚ ਲੈ ਲਿਆ, ਹੁਣ ਉਹਦੀ ਸ਼ੇਅਰਿੰਗ ਦਾ ਕਿਵੇਂ ਪਤਾ ਚੱਲੂਗਾ? ਕਹਿੰਦੇ ਉਹਦੀ ਸ਼ੇਅਰਿੰਗ ਜਿਹੜੀ ਹੋਊਗੀ ਉਹ ਏਜੀ ਲੈਵਲ ਤੇ ਹੋਊਗੀ। ਏਜੀ ਆਪੇ ਐਡਜਸਟਮੈਂਟ ਕਰੂਗਾ, ਤੁਸੀਂ ਇੱਕ ਬਿੱਲ ਬਣਾ ਕੇ ਭੇਜ ਦੋਗੇ, ਆਪੇ ਏਜੀ ਨੇ ਐਡਜਸਟਮੈਂਟ ਕਰਨੀ ਹੈ। ਤੇ ਜੁਆਇੰਟ ਗ੍ਰਾਂਟ ਜਿਹੜੀ ਹੋਊਗੀ ਉਹ ਇੱਕ ਰਜਿਸਟਰ ਚੜਾਉਂਗੇ ਵੀ ਇੰਨੀ ਸਾਨੂੰ ਜੁਆਇੰਟ ਮਿਲੀ ਹੈ, ਠੀਕ ਹੈ। ਕਿਉਂਕਿ ਉਹਦਾ ਇਕੱਲਾ ਕਹਿ ਰਿਹਾ ਤਾਂ ਹੋ ਨਹੀਂ ਸਕਦਾ, ਕਿਉਂਕਿ ਐਡਜਸਟਮੈਂਟ ਤਾਂ ਏਜੀ ਨੇ ਕਰਨੀ, ਤੁਸੀਂ ਤਾਂ ਕਰਨੀ ਨਹੀਂ ਹੈਗੀ। ਤਾਂ ਕਰਕੇ ਤੁਸੀਂ ਸਿਰਫ ਜੁਆਇੰਟ ਗ੍ਰਾਂਟ ਕਿੰਨੀ ਆਈ ਹੈ, ਤੁਹਾਨੂੰ ਪੈਸਾ ਕਿੰਨਾ ਆਇਆ ਉਹ ਲਿਖਣਾ। ਉਹ ਤੋਂ ਬਾਅਦ ਦੇਖੋ ਜੀ, ਪਰਚੇਜ਼ ਆਫ ਸਰਵਿਸ ਪੋਸਟੇਜ ਸਟੈਂਪ 8.18, ਇਹ ਵੀ ਪੀਟੀਆਰ ਚ ਪੜ੍ਹੇ ਹੋਏ ਜੀ ਆਪਾਂ। ਹਾਂਜੀ, ਇਹ ਪੜ੍ਹੋ ਜੀ। The following procedure should be adopted by government employee for obtaining service postage stamps from treasuries and for the adjustment of their value. Government employee who draw money from the treasury on contingent bills, a bill in form STR 33 should be prepared by the departmental officer when he requires service postage stamps. The bills should contain the acknowledgement of the drawing officer of the receipt of stamps indented for, and should in other respects be treated in the same way as the contingent bill for drawing cash from the treasury. The treasury officer should pass the bill for payment by transfer, have the stamps issued, and enter the amount in the list of payments, crediting the value of the stamps in the same manner as if cash were realized. ਇਹਦੇ ਵਿੱਚ ਇਹੀ ਹੈ ਬਸ ਵੀ ਬਿੱਲ ਬਣਾ ਕੇ ਲੈ ਜਾਣਗੇ। ਬਿੱਲ ਆ ਜਿਹੜਾ ਉਹ ਟੀਓ ਨੂੰ ਦੇ ਦੇਣਾ, ਟੀਓ ਨੇ ਪਾਸ ਕਰ ਦੇਣਾ ਤੇ ਫਿਰ ਸਟੈਂਪ ਇਸ਼ੂ ਕਰ ਦੇਣੀ ਹੈ। ਪਰ ਹੁਣ ਕੀ ਹੁੰਦਾ, ਜਿਹੜਾ ਬਿੱਲ ਆ ਜਿਹੜਾ ਟੀਓ ਨੂੰ ਬਣ ਕੇ ਜਾਂਦਾ, ਠੀਕ ਹੈ। ਟੀਓ ਪੋਸਟ ਮਾਸਟਰ ਦੇ ਨਾਮ ਤੇ ਜਿਹੜਾ ਡੀਡੀ ਇਸ਼ੂ ਕਰਦਾ ਤੇ ਸਟੈਂਪਸ ਹੈ ਡੀਡੀ ਦੇ ਬਦਲੇ ਸਾਨੂੰ ਮਿਲ ਜਾਂਦੀ ਹੈ, ਠੀਕ ਹੈ ਜੀ। ਉਹ ਤੋਂ ਬਾਅਦ ਦੇਖੋ 8.20 ਇੰਸਪੈਕਟਿੰਗ ਆਫਿਸਰਸ ਬਿਲਸ। An inspecting officer who is not authorized to take An inspecting officer who is not authorized to take advances on account of office contingent charges should provide himself with a portion of his permanent advance and recoup himself from time to time by presenting at the different treasuries or offices of disbursement contingent bills in the ordinary form. In the case ਇਹਦੇ ਵਿੱਚ ਕੀ ਕਹਿੰਦੇ ਹੁਣ, ਜਿਹੜੇ ਇੰਸਪੈਕਟਿੰਗ ਅਫਸਰ ਹੁੰਦੇ ਐਡਵਾਂਸ ਨਹੀਂ ਲੈਂਦੇ, ਉਹ ਮਿਲ ਨਹੀਂ ਸਕਦਾ, ਉਹਨੂੰ ਆਥੋਰਾਈਜ਼ ਨਹੀਂ ਹੈਗਾ, ਠੀਕ ਹੈ। ਕੰਟੀਨਜੈਂਟ ਚਾਰਜ ਦਾ ਐਡਵਾਂਸ ਨਹੀਂ ਲੈ ਸਕਦੇ। ਉਹਨਾਂ ਨੂੰ ਪਰਮਾਨੈਂਟ ਐਡਵਾਂਸ ਇੱਕ ਮਿਲਿਆ ਹੁੰਦਾ ਜਿਹ ਤੋਂ ਕੰਟੀਨਜੈਂਟ ਚਾਰजेस ਕਰ ਸਕਦੇ, ਤੇ ਸਮੇਂ-ਸਮੇਂ ਸਿਰ ਉਹਨਾਂ ਨੂੰ ਰੀਕੂਪ ਕਰਾਉਣਾ ਪੈਂਦਾ, ਠੀਕ ਹੈ। ਜਿਵੇਂ ਜਿਵੇਂ ਖਰਚਾ ਹੋਈ ਜਾਂਦਾ ਉਵੇਂ ਉਵੇਂ ਕਿਸੇ ਵੀ ਖਜ਼ਾਨੇ 'ਚ ਉਹ ਰੀਕੂਪ ਕਰਵਾ ਸਕਦੇ। ਅੱਗੇ ਦੇਖੋ ਜੀ, ਇੰਟਰ ਡਿਪਾਰਟਮੈਂਟਲ ਟ੍ਰਾਂਸਫਰਸ 8.21।
In the case of work done by a government factory such as jail, mint, workshop, as also in other cases in which interdepartmental adjustments are permissible, the government employee in charge shall, if the adjustment is to be made by book transfer, prepare an invoice of the quantity and price of the work done and forward it in triplicate to the government employee served, who, on approving the invoice, will countersign all and return one copy to the supplying government employee. Another copy he will file in his own office, and the third he will attach to his contingent bill for the current month, noting the amount in the statement of account at foot in order to work out the available balance of his grant, but not including it as a disbursement among the charges of his bill. ਹਾਂਜੀ Before ਬਸ ਹੁਣ ਇੱਥੇ ਕੀ ਕਰਦੇ ਆ, ਇੰਟਰ ਡਿਪਾਰਟਮੈਂਟਲ ਟ੍ਰਾਂਸਫਰ ਦੀ ਗੱਲ ਹੈ। ਸਰਕਾਰੀ ਫੈਕਟਰੀ ਹੈ, ਕੋਈ ਗਵਰਨਮੈਂਟ ਫੈਕਟਰੀ, ਇੱਥੋਂ ਸਮਾਨ ਆ ਜਦੋਂ ਕਿਸੇ ਡਿਪਾਰਟਮੈਂਟ 'ਚ ਜਾਂਦਾ ਹੈ ਤਾਂ ਵਿਦ ਉੱਥੇ ਇਨਵੋਇਸ ਚਲਾ ਜਾਂਦਾ ਹੈ, 3 ਪੜਤਾਂ 'ਚ ਟ੍ਰਿਪਲੀਕੇਟ ਹੈ। ਜਦੋਂ ਇਨਵੋਇਸ ਚਲਾ ਗਿਆ, 3 ਕਾਪੀਆਂ ਗਈਆਂ। ਹੁਣ ਜਿਹੜਾ ਗਵਰਨਮੈਂਟ EMPLOYE ਸਮਾਨ ਮੰਗਾ ਰਿਹਾ ਹੈ ਉਹ ਇਹਦੇ ਤੇ ਆਪਦੇ ਸਾਈਨ ਕਰ ਦੂਗਾ। ਕਰਤੇ ਸਾਈਨ, 1 ਕਾਪੀ ਤਾਂ ਇਹਨਾਂ ਨੂੰ ਵਾਪਸ ਭੇਜ ਦੂਗਾ ਵੀ ਇਹ ਤੁਹਾਡੀ ਰਸੀਟ ਹੈ, ਵੀ ਮੇਰੇ ਕੋਲ ਸਮਾਨ ਪਹੁੰਚਿਆ, ਮੈਂ ਪੈਸੇ ਨੇ ਐਕਸੈਪਟ ਕਰਦਾ। 1 ਆਪਦੀ ਫਾਈਲ ਚਲਾ ਲੂਗਾ, 1 ਜਿਹੜਾ ਬਿੱਲ ਦੇ ਨਾਲ ਲਾ ਕੇ ਭੇਜ ਦੂਗਾ ਵੀ ਇੰਨੇ ਰੁਪਏ ਦਾ ਬਿੱਲ ਪਾਸ ਕਰ ਦੋ। ਠੀਕ ਹੈ ਜੀ, ਬਾਈ ਪ੍ਰੋਸੈਸ ਹੋਣਾ। ਅੱਗੇ ਦੇਖੋ ਨੋਟ 1। the government employee served cannot charge the amount in his contingent bill as no cash payment is made, but only a book adjustment is made in the account office, but the amount available for contingent expenditure is reduced, and so to work out the available balance, note is made in the register of the contingent expenditure and in the statement of account at foot of the bill. ਹਾਂਜੀ ਦੇਖੋ ਉੱਤੇ ਕੀ ਸੀ, ਬਿੱਲ ਦੇ ਕਹਿੰਦੇ ਫੁੱਟ ਤੇ ਤੁਸੀਂ ਲਿਖ ਕੇ ਭੇਜਣਾ ਵੀ ਇੰਨੇ ਪੈਸੇ ਹੈਗੇ ਆ। ਹੁਣ ਇੱਥੇ ਕਹਿੰਦੇ ਜਿਹੜਾ ਬਿੱਲ ਦੇ ਫੁੱਟ ਤੇ ਤੁਸੀਂ ਲਿਖਿਆ ਹੋਊਗਾ ਉਹਦੀ ਬੁੱਕ ਐਡਜਸਟਮੈਂਟ ਹੋਊਗੀ। ਕਿਵੇਂ? ਸਪੋਜ਼ ਕਰੋ ਤੁਹਾਨੂੰ ਕੰਟੀਨਜੈਂਟ ਐਕਸਪੈਂਡੀਚਰ ਲਈ 10,000 ਰੁਪਏ ਦੇ ਰੱਖਿਆ, ਠੀਕ ਹੈ। ਤੁਸੀਂ ਫੈਕਟਰੀ ਤੋਂ ਸਮਾਨ ਮੰਗਾਇਆ, ਸਰਕਾਰੀ ਜੇਲ੍ਹ ਤੋਂ ਸਮਾਨ ਮੰਗਾਇਆ 2,000 ਰੁਪਏ ਦਾ, ਤਾਂ ਇਹ ਨਹੀਂ ਹੈਗਾ ਵੀ 2,000 ਰੁਪਇਆ ਤੁਸੀਂ ਉਹਨੂੰ ਪੇ ਕਰੋਗੇ। ਤੁਸੀਂ ਕੀ ਹੋਊਗਾ, 2,000 ਦਾ ਇਹ ਚੋਂ ਮਾਈਨਸ ਹੋ ਕੇ ਤੁਹਾਨੂੰ ਹੁਣ ਖਰਚਾ 8,000 ਹੀ ਰਹਿ ਗਿਆ। ਮਤਲਬ ਤੁਸੀਂ ਖਰਚਾ ਨਹੀਂ ਸ਼ੋ ਕਰਨਾ, ਸਮਝ ਗਏ? ਡਿਸਬਰਸਮੈਂਟ ਤੁਹਾਡੀ ਖਰਚਾ ਨਹੀਂ ਡਿਸਬਰਸ ਹੋਇਆ, ਤੁਹਾਨੂੰ ਜਿਹੜਾ ਐਕਸਪੈਂਡੀਚਰ ਕਰਨ ਲਈ ਪੈਸਾ ਮਿਲਿਆ ਸੀ ਉਹੀ ਘਟ ਗਿਆ। ਠੀਕ ਹੈ ਜੀ, ਇਹ ਥੋੜਾ ਜਿਹਾ ਹੈਗਾ ਇੱਥੇ ਟੈਕਨੀਕਲ ਜਿਹਾ, ਬੁੱਕ ਐਡਜਸਟਮੈਂਟ ਹੋ ਜੂਗੀ ਵੀ ਤੁਹਾਡਾ ਮਾਈਨਸ ਹੀ ਹੋ ਜਾਊਗਾ ਪੈਸਾ, ਜਿਹੜੀ ਐਪਰੋਪ੍ਰੀਏਸ਼ਨ ਹੋਈ ਹੈ ਉਹੀ ਮਾਈਨਸ ਹੋ ਜਾਊ ਤੁਹਾਨੂੰ। ਜਿਵੇਂ ਤੁਹਾਨੂੰ ਬਜਟ ਮਿਲ ਗਿਆ ਤਨਖਾਹ ਵਾਸਤੇ ਲੱਖ ਰੁਪਈਆ, ਠੀਕ ਹੈ, ਉਹ ਲੱਖ ਰੁਪਏ 'ਚ ਮੰਨ ਲਓ 20,000 ਰੁਪਏ ਤੁਸੀਂ ਕਿਸੇ ਹੋਰ ਨੂੰ ਅਲਾਟ ਕਰਤਾ, ਤੁਸੀਂ ਕਹਿਤਾ ਵੀ ਸਾਨੂੰ ਨਹੀਂ ਚਾਹੀਦਾ, ਇਹ ਉਹਨੂੰ ਦੇ ਦਿਓ। ਇੰਟਰ ਡਿਪਾਰਟਮੈਂਟਲ ਟ੍ਰਾਂਸਫਰ ਐਂ ਹੁੰਦੀ ਹੈ ਵੀ ਤੁਸੀਂ ਖਰਚਾ ਨਹੀਂ ਸ਼ੋ ਕੀਤਾ, ਹੈ ਨਾ, ਕਿਉਂਕਿ ਉਧਰ ਵੀ ਤਾਂ ਸਰਕਾਰੀ ਡਿਪਾਰਟਮੈਂਟ ਨੂੰ ਜਾ ਰਿਹਾ ਨਾ, ਇੱਧਰ ਵੀ ਸਰਕਾਰੀ ਸੀ, ਸਰਕਾਰ ਕੋਲ ਹੀ ਪੈਸਾ ਰਹਿ ਗਿਆ। ਕੀ ਹੋਇਆ, ਬਸ ਇੱਧਰ ਬਜਟ ਕੱਢ ਕੇ ਅਸੀਂ ਉਧਰ ਦੇਤਾ। ਹਾਂਜੀ ਨੋਟ 5ਵਾਂ ਦੇਖੋ ਜੀ ਇਹਦਾ। All waste paper should be carefully stored and sent periodically to the nearest paper making jail, provided the price paid by the jail of the paper is sufficient to cover the cost of carriage. ਹਾਂਜੀ ਜਿੰਨਾ ਵੀ ਵੇਸਟ ਪੇਪਰ ਹੋਊਗਾ ਉਹਨੂੰ ਸੰਭਾਲ ਕੇ ਰੱਖਣਾ ਹੈ ਤੇ ਸਮੇਂ-ਸਮੇਂ ਸਿਰ ਉਹਨੂੰ ਜੇਲ੍ਹ ਦੇ ਵਿੱਚ ਭੇਜਣਾ ਜਿੱਥੇ ਪੇਪਰ ਮੇਕਿੰਗ ਹੁੰਦੀ ਹੈ। ਠੀਕ ਹੈ, ਪਰ ਭੇਜਣਾ ਉਦੋਂ ਹੀ ਹੈ ਵੀ ਜੇਕਰ ਜੇਲ੍ਹ ਤੁਹਾਨੂੰ ਪੇਪਰ ਦੀ ਜਿਹੜੀ ਪ੍ਰਾਈਸ ਪੇ ਕਰ ਰਹੀ ਹੈ
ਉਹ ਇੰਨੀ ਕੁ ਹੈਗੀ ਹੈ ਕਿ ਤੁਹਾਡੀ ਕਾਸਟ ਆਫ ਕੈਰੀਏਜ ਹੈ ਜਿਹੜਾ ਕਵਰ ਹੋ ਰਿਹਾ। ਜੇਲ੍ਹ ਜੇ ਤੁਹਾਨੂੰ 100 ਰੁਪਇਆ ਦੇ ਰਹੀ ਹੈ, ਤੁਹਾਨੂੰ ਜੇਲ੍ਹ ਤੱਕ ਪਹੁੰਚਾਉਣ ਦੇ 200 ਰੁਪਏ ਲੱਗ ਰਿਹਾ ਹੈ, ਫਿਰ ਤਾਂ ਕੋਈ ਫਾਇਦਾ ਨਹੀਂ ਹੋਇਆ। ਘੱਟੋ ਘੱਟ ਇਹਨੂੰ ਕਾਸਟ ਨੂੰ ਤਾਂ ਕਵਰ ਕਰੇ ਨਾ। ਠੀਕ ਹੈ ਜੀ। ਉਹ ਤੋਂ ਬਾਅਦ ਦੇਖੋ 8.22 Government commercial concerns in the Punjab have been permitted to settle their accounts with other departments by the method of making actual payments instead of by book transfer. ਹਾਂਜੀ, ਹੁਣ ਜਿਹੜਾ ਕਮਰਸ਼ੀਅਲ ਕੰਸਰਨ ਹੋਊਗਾ, ਕਮਰਸ਼ੀਅਲ ਡਿਪਾਰਟਮੈਂਟਸ ਹੈਗੇ ਆ ਜਾਂ ਅੰਡਰਟੇਕਿੰਗ ਹੈਗੀ ਹੈ, ਉਹਨਾਂ ਨੇ ਜਦੋਂ ਡਿਪਾਰਟਮੈਂਟ ਨਾਲ ਲੈਣ ਦੇਣ ਕਰਨਾ ਹੈ, ਉੱਥੇ ਐਕਚੁਅਲ ਪੇਮੈਂਟਸ ਕਰਨੀ ਹੈ ਕੈਸ਼ ਰਾਹੀਂ, ਬੁੱਕ ਟ੍ਰਾਂਸਫਰ ਨਹੀਂ ਕਰਨਾ ਹੈਗਾ। ਠੀਕ ਹੈ, ਡੀਡੀ ਚੈੱਕ ਨਾਲ ਪੇਮੈਂਟਾਂ ਕਰ ਦੇਣਗੇ ਉਹ। 8.23 ਦੇਖ ਲਓ ਜੀ। Expenditure for other government employees. When a government employee makes purchases or incurs expenditure through a government employee in another district and the amount to be paid on account of contingent expenditure incurred in this way is not less than rupees 50, payment may be made by Reserve Bank government drafts, but otherwise every government employee who incurs expenditure in this way must treat it as expenditure of his own office and not demand recoupment from the government employee at whose request he as an agent incurs the expenditure. ਹਾਂਜੀ, ਸਪੋਜ਼ ਕਰੋ ਡਿਸਟ੍ਰਿਕਟ 1 ਦੇ ਵਿੱਚ ਕੋਈ ਗਵਰਨਮੈਂਟ EMPLOYEE ਹੈ, ਡਿਸਟ੍ਰਿਕਟ 2 ਦੇ ਵਿੱਚ ਕਿਸੇ ਗਵਰਨਮੈਂਟ EMPLOYEE ਤੋਂ ਉਹ ਕੋਈ ਪਰਚੇਜ਼ ਜਾਂ ਖਰਚਾ ਕਰਵਾ ਰਿਹਾ ਹੈ। ਜੇ ਤਾਂ ਉਹ ਖਰਚਾ 50 ਰੁਪਏ ਤੋਂ ਉੱਤੇ ਦਾ ਹੈ, ਫਿਰ ਤਾਂ ਕਹਿੰਦੇ ਜਿਹੜੀ ਮਤਲਬ ਖਰਚਾ ਇਹਨੇ ਕੀਤਾ ਹੈ ਨਾ ਕਰਨ ਵਾਲਾ, ਇਹ ਹੈਗਾ ਕਰਵਾਉਣ ਵਾਲਾ। ਖਰਚਾ ਇਹਨੇ ਕੀਤਾ ਤਾਂ ਡਰਾਫਟ ਬਣਾ ਕੇ ਇੱਥੇ ਚੱਲ ਜੂਗਾ, ਰਿਜ਼ਰਵ ਬੈਂਕ ਗਵਰਨਮੈਂਟ ਡਰਾਫਟ ਬਣ ਜੂਗਾ ਜੇ 50 ਤੋਂ ਉੱਤੇ ਅਮਾਊਂਟ ਹੈ। ਜੇ 50 ਤੱਕ ਦੀ ਅਮਾਊਂਟ ਹੈ ਫਿਰ ਕੋਈ ਪੇਮੈਂਟ ਨਹੀਂ ਹੋਊਗੀ, ਇਸੇ ਦਾ ਖਰਚਾ ਮੰਨ ਲਿਆ ਜਾਊਗਾ, ਜਿਹੜਾ ਕਰ ਰਿਹਾ ਉਸੇ ਦਾ ਮੰਨ ਲਿਆ ਜਾਊਗਾ ਵੀ ਉਹਨੇ ਆਪਦਾ ਹੀ ਖਰਚਾ ਕੀਤਾ। ਠੀਕ ਹੈ ਜੀ। ਸਰ ਰਿਪੀਟ ਅੱਗੇ ਦੇਖ ਕਰਿਓ। ਲਓ, ਦੁਬਾਰਾ ਕਰਕੇ ਜੇ ਤਾਂ 50 ਹੁਣ ਗਵਰਨਮੈਂਟ EMPLOYEE 1 ਹੈ, ਡਿਸਟ੍ਰਿਕਟ 'ਚ ਬੈਠਾ ਹੈ, ਇਹ ਕਿਸੇ ਹੋਰ ਡਿਸਟ੍ਰਿਕਟ ਦੇ ਕਿਸੇ ਗਵਰਨਮੈਂਟ EMPLOYEE ਨੂੰ ਕਹਿ ਰਿਹਾ ਕਿ ਤੂੰ ਮੇਰੇ ਬਿਹਾਫ ਤੇ ਆ ਖਰਚਾ ਕਰ ਦੇ, ਮੈਨੂੰ ਆ ਸਮਾਨ ਲਿਆ ਦੇ। ਜੇ ਤਾਂ ਉਹ ਸਮਾਨ 50 ਰੁਪਏ ਤੋਂ ਉੱਤੇ ਦਾ ਹੈਗਾ, ਫਿਰ ਤਾਂ ਇਹ ਉਹਨੂੰ ਪੇਮੈਂਟ ਜਿਹੜੀ ਕਰੂਗਾ ਰਿਜ਼ਰਵ ਬੈਂਕ ਗਵਰਨਮੈਂਟ ਡਰਾਫਟ ਰਾਹੀਂ ਕਰ ਦੂਗਾ। ਜੇ 50 ਤੱਕ ਦਾ ਹੈਗਾ, ਜੇ ਸਮਾਨ ਇਹਨੇ ਜੋ ਇਹਨੇ ਲਿਆ ਕੇ ਦਿੱਤਾ ਸਮਾਨ, ਡਿਸਟ੍ਰਿਕਟ 2 ਦੇ ਵਿੱਚ ਗਵਰਨਮੈਂਟ EMPLOYEE ਹੈ, ਇਹਨੇ ਜਿਹੜਾ ਸਮਾਨ ਲਿਆ ਕੇ ਦਿੱਤਾ ਹੈ, ਜੇ ਉਹਦੀ ਕੀਮਤ 50 ਤੱਕ ਦੀ ਹੈ, ਫਿਰ ਜਿਹੜਾ ਡਿਸਟ੍ਰਿਕਟ 2 ਗਵਰਨਮੈਂਟ EMPLOYEE ਹੋਊਗਾ ਇਹ ਮੰਨ ਲੂਗਾ ਕਿ ਇਹ ਖਰਚਾ ਉਸੇ ਦੇ ਦਫ਼ਤਰ ਦਾ ਹੈਗਾ, ਫਿਰ ਕੋਈ ਪੇਮੈਂਟ ਨਹੀਂ ਹੋਊਗੀ। ਸਮਝ ਲੱਗੀ ਗੱਲ? ਜਿਵੇਂ ਆਪਾਂ ਨਹੀਂ ਕੀਤਾ ਸੀ ਸੈਂਟਰ ਗਵਰਨਮੈਂਟ ਨਾਲ ਰੈਸੀਪ੍ਰੋਕਲ ਅਰੇਂਜਮੈਂਟ ਸੀ 2500 ਰੁਪਏ ਤੱਕ ਦਾ, ਕਿ ਅਸੀਂ ਪੈਟੀ ਇਹਨੂੰ ਮੰਨ ਲਾਂਗੇ, ਪੈਟੀ ਪਰਚੇਜ਼ ਵਗੈਰਾ, ਪੈਟੀ ਚਾਰजेस ਇਹਨੂੰ ਪ੍ਰੈਫਰ ਨਹੀਂ ਕਰਾਂਗੇ ਇੰਨੇ ਦੇ ਕਲੇਮ ਨੂੰ। ਸਿਮਿਲਰਲੀ ਇੱਥੇ ਹੈ, ਜੇ 50 ਰੁਪਏ ਤੱਕ ਦਾ ਹੈਗਾ ਉਹਨੂੰ ਪ੍ਰੈਫਰ ਹੀ ਨਹੀਂ ਕਰਨਾ ਕਲੇਮ ਨੂੰ, ਅਦਰਵਾਈਜ਼ ਤੁਸੀਂ ਪੇਮੈਂਟ ਹੈ ਰਿਜ਼ਰਵ ਬੈਂਕ ਡਰਾਫਟ ਰਾਹੀਂ ਕਰ ਦੋਗੇ ਜੇ 50 ਤੋਂ ਉੱਤੇ ਤਾਂ। ਠੀਕ ਹੈ ਜੀ। ਚਲੋ 8.24 ਦੇਖੋ ਜੀ। responsibility of drawing officers. The responsibility of drawing officers is determined by the सर इथों कटिंग कराई हुई थोड़ी जी, पर समझ नहीं आ रहा कि लिखे रिस्पॉन्सिबल
द रिस्पॉन्सिबिलिटी ऑफ ड्राइवर इज रिस्पॉन्सिबल फॉर ओवर एक्सपेंडिचर, की लिखे ओवर चार्ज, ये ओवरचार्ज ही लग रहा है। ओवर चार्ज Drawing officer is रिस्पॉन्सिबल फॉर, responsible for overcharge. The drawing officer is further responsible for seeing that the rules regarding the preparation of bills are carefully observed, that in the case of contract contingencies, the expenditure doesn't cause any excess over the amount fixed thereto. Therefore, he is also to see that all steps have been taken with the view to obtaining an additional appropriation if the original appropriation has either been exceeded or is likely to be exceeded. ਇੱਕ ਤਾਂ ਕਹਿੰਦੇ ਡੀਡੀਓ ਜ਼ਿੰਮੇਵਾਰੀਆਂ ਪੜ ਰਹੇ ਹੁਣ ਆਪਾਂ, ਇੱਕ ਤਾਂ ਓਵਰ ਚਾਰਜ ਦੀ ਜ਼ਿੰਮੇਵਾਰੀ ਡੀਡੀਓ ਦੀ ਹੈ, ਦੂਜਾ ਰੂਲਸ ਫੋਲੋ ਹੋਏ ਹੈ ਕਿ ਨਹੀਂ ਬਿੱਲ ਪ੍ਰਪੇਅਰ ਕਰਨ ਲੱਗੇ ਉਹ ਦੇਖਣਾ ਹੈ, ਤੀਜਾ ਕਹਿੰਦੇ ਕੰਟਰੈਕਟ ਕੰਟੀਜੈਂਸੀ ਦੇ ਕੇਸ ਦੇ ਵਿੱਚ ਖਰਚਾ ਉੱਤੇ ਤਾਂ ਨਹੀਂ ਚਲਾ ਗਿਆ, ਜਿੰਨਾ ਅਲਾਟ ਹੋਇਆ ਉਨਾ ਹੀ ਖਰਚਾ ਹੋ ਰਿਹਾ। ਕੰਟਰੈਕਟ ਕੰਟੀਜੈਂਸੀ ਦੇ ਕੇਸ ਅਸੀਂ ਕੀਤਾ ਸੀ ਨਾ, ਲਮਸਮ ਮਿਲ ਜੂਗਾ ਇੱਕ। ਚੌਥਾ ਬਈ ਜੇ ਖਰਚਾ ਐਕਸੀਡ ਹੋ ਰਿਹਾ ਹੈ ਜਾਂ ਲਾਈਕਲੀ ਟੂ ਬੀ ਐਕਸੀਡਡ, ਹੋ ਸਕਦਾ ਹੈ ਭਵਿੱਖ ਵਿੱਚ ਹੋ ਜਾਏ ਐਕਸੀਡ, ਕੀ ਪੈਸਾ ਐਡੀਸ਼ਨਲ ਐਪਰੋਪ੍ਰੀਏਸ਼ਨ ਮੰਗਾ ਲਈ ਗਈ ਹੈ, ਇਹ ਵੀ ਦੇਖਣਾ ਡੀਡੀਓ ਦੀ ਜ਼ਿੰਮੇਵਾਰੀ ਹੈ। ਪੈਸਾ ਮਤਲਬ ਐਕਸਟਰਾ ਪੈਸਾ ਉਸ ਯੂਨਿਟ 'ਚ ਮੰਗਾਉਣਾ ਉਹ ਵੀ ਡੀਡੀਓ ਨੇ ਦੇਖਣਾ। ਠੀਕ ਹੈ ਜੀ, ਚਲੋ ਬਾਕੀ ਆਪਾਂ ਫਿਰ ਮੰਡੇ ਕਰਦੇ ਹਾਂ। ਠੀਕ ਹੈ, ਠੀਕ ਹੈ ਜੀ, ਓਕੇ।